ਵਗਦੇ ਪਾਣੀਆਂ ਦਾ ਸੰਗੀਤ। ਮਾਂ ਦਾ 75ਵਾਂ ਜਨਮ ਦਿਨ 25 ਨਵੰਬਰ 2004 ਨੂੰ ਮੈਂ ਮਾਂ ਦਾ ਜਨਮ ਦਿਨ ਮਨਾਉਣ ਦਾ ਇਰਾਦਾ ਕੀਤਾ। ਉਸਨੇ 75 ਵਰਿਆਂ ਦੀ ਹੋਣਾ ਸੀ। ਮੇਰੇ ਮਨ ਵਿੱਚ ਇਹ ਇੱਛਾ ਸੀ ਕਿ ਮਾਂ ਦਾ ਜਨਮ ਦਿਨ ਸਾਰੀ ਦੁਨੀਆ ਵੇਖੇ। ਉਸਦੇ ਗੀਤਾਂ ਉੱਤੇ ਛੋਟੇ ਬੱਚਿਆਂ ਕੋਲੋਂ ਕੋਰੀਓਗ੍ਰਾਫੀ ਕਰਵਾਈ, ਜਿਸ ਵਿੱਚ ਮੇਰੀ ਪਿਆਰੀ ਸਹੇਲੀ KBDAV ਸਕੂਲ ਚੰਡੀਗੜ੍ਹ ਦੀ ਪ੍ਰਿੰਸੀਪਲ ਮਧੂ ਬਹਿਲ ਨੇ ਬਹੁਤ ਵੱਡਾ ਯੋਗਦਾਨ ਪਾਇਆ। ਬਾਕੀ ਕਈ ਲੋਕ ਅਜਿਹੇ ਵੀ ਆਏ ਜੋ ਮਦਦ ਕਰਨ ਲਈ ਗੱਲਾਂ ਕਰਕੇ ਮੁੱਕਰ ਗਏ। ਪੰਜਾਬੀ ਸੰਗੀਤ ਜਗਤ ਦੇ ਸਾਰੇ ਉੱਘੇ ਕਲਾਕਾਰ ਬਿਨਾਂ ਕਿਸੇ ਇਵਜ਼ ਦੇ ਜਨਮ ਦਿਨ ਸਮਾਗਮ ਵਿੱਚ ਸ਼ਾਮਿਲ ਹੋਏ। ਮਾਂ ਵਾਸਤੇ ਉਹਨਾਂ ਦੇ ਇਸ ਸਤਿਕਾਰ ਅਤੇ ਪਿਆਰ ਦੀ ਮੈਂ ਸਦਾ ਰਿਣੀ ਰਹਾਂਗੀ। ਹੰਸਰਾਜ ਹੰਸ ਕਿਤੇ ਦੂਰ ਸ਼ੋਅ ਕਰਨ ਗਏ ਹੋਏ ਸੀ। ਮੇਰੇ ਸੱਦੇ ਉੱਤੇ ਉੱਥੋਂ ਖਾਸ ਜਨਮ ਦਿਨ ਉੱਤੇ ਪੁੱਜੇ। ਉਹਨਾਂ ਨੇ ਕਈ ਗੀਤ ਗਾਏ ਅਤੇ ਖਾਸ ਗੀਤ ਨਿਤ ਖੈਰ ਮੰਗਾ ਅੰਮੀਏ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ ਅਸਾਂ ਤਿੰਨਾਂ ਭੈਣਾਂ ਵੱਲੋਂ ਗਾਇਆ। ਸਰਦੂਲ ਸਿਕੰਦਰ ਜੋ ਮਾਂ ਦਾ ਬਹੁਤ ਸਨਮਾਨ ਕਰਦੇ ਸੀ, ਮਾਂ ਦਾ ਹੀ ਗੀਤ ਚਣ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਗਾ ਕੇ ਸਾਰਿਆਂ ਦਾ ਮਨ ਜਿੱਤਿਆ। ਪਲਵਿੰਦਰ ਧਾਮੀ ਨੇ ਬਹੁਤ ਸੋਹਣੀ ਪੇਸ਼ਕਾਰੀ ਕੀਤੀ। ਮਲਕੀਅਤ ਇੰਗਲੈਂਡ ਤੋਂ ਖਾਸ ਕਰ ਆਇਆ ਸੀ। ਉਹ ਮਾਂ ਨੂੰ ਹਮੇਸ਼ਾ ਮਾਂ ਜੀ ਹੀ ਕਹਿੰਦਾ ਸੀ। ਬਹੁਤ ਵਧੀਆ ਗਾਇਆ ਅਤੇ ਆਖਰੀ ਆਈਟਮ ਵਿੱਚ ਬੋਲੀਆਂ ਪਾਉਣ ਵੇਲੇ ਉਹਨੇ ਮਾਂ ਨੂੰ ਇਸ ਸਟੇਜ ਉੱਤੇ ਖਿੱਚ ਕੇ ਲੈ ਆਂਦਾ। ਸਤਿੰਦਰ ਸੱਤੀ ਆਪਣੇ ਬੇਮਿਸਾਲ ਅੰਦਾਜ਼ ਨਾਲ ਲੋਕਾਂ ਨੂੰ ਸੰਬੋਧਿਤ ਕਰ ਰਹੀ ਸੀ। ਉਹ ਮਾਂ ਵਾਸਤੇ ਅਕੀਦਤ ਦਾ ਕਲਾਮ ਵੀ ਚੁਣ ਕੇ ਸੁਣਾ ਰਹੀ ਸੀ। ਮੈਂ ਇੱਕ ਸੂਫੀ ਕਲਾਮ ਪੇਸ਼ ਕੀਤਾ, ਦਮ ਮਾਂ ਲੈ ਵੇ ਰੰਗ ਰਲੀਆਂ, ਸ਼ਾਹ ਹੁਸੈਨ ਦਾ ਕਲਾਮ ਜੋ ਮਾਂ ਨੂੰ ਬੜਾ ਪਸੰਦ ਆਇਆ। ਇਸ ਸ਼ੋਅ ਦੀ ਸ਼ੁਰੂਆਤ ਮੈਂ ਉਸ ਲੋਰੀ ਨਾਲ ਕੀਤੀ ਸੀ ਜੋ ਮਾਂ ਮੈਨੂੰ ਬਚਪਨ ਵਿੱਚ ਸੁਣਾਉਂਦੀ ਸੀ। 50 ਬੱਚਿਆਂ ਨਾਲ ਕੋਰੀਓਗ੍ਰਾਫੀ ਕਰਕੇ ਮੈਂ ਉਸ ਨੂੰ ਪੇਸ਼ ਕੀਤਾ ਸੀ ਅਤੇ ਮਾਂ ਦੇ ਤਾਂ ਅਥਰੂਆਂ ਦੇ ਸਮੁੰਦਰ ਹੀ ਵਹਿ ਤੁਰੇ। ਉਹ ਬਹੁਤ ਇਮੋਸ਼ਨਲ ਹੋ ਗਈ ਸੀ। ਇਸ ਪੂਰੇ ਸਮਾਗਮ ਦੀ ਖਾਸੀਅਤ ਇਹ ਸੀ ਕਿ ਮਾਂ ਲਈ ਇਹ ਸਾਰਾ ਇੱਕ ਸਰਪ੍ਰਾਈਜ਼ ਸੀ। ਇੱਕ ਵਾਰੀ ਉਸਨੂੰ ਸ਼ੱਕ ਜ਼ਰੂਰ ਪਿਆ ਸੀ ਜਦੋਂ ਮੇਰੀਆਂ ਦੋਵੇਂ ਭੈਣਾਂ ਨੰਦੀ ਅਤੇ ਬੇਬੀ ਅਮਰੀਕਾ ਤੋਂ ਆ ਗਈਆਂ ਸਨ। ਅਸੀਂ ਉਸਨੂੰ ਕਿਹਾ, ਮਾਂ ਅਸੀਂ ਤੁਹਾਡਾ ਜਨਮ ਦਿਨ ਤਾਂ ਸਾਰੇ ਪਰਿਵਾਰ ਨੇ ਰਲ ਕੇ ਹੀ ਮਨਾਉਣਾ ਸੀ ਨਾ। ਅਸੀਂ ਸਾਰੇ ਪਰਿਵਾਰ ਨਾਲ ਰਲ ਕੇ ਜਨਮ ਦਿਨ ਮਨਾਵਾਂਗੇ। ਜਿਸ ਪਰਿਵਾਰ ਨੂੰ ਤੁਸੀਂ ਸਾਰੀ ਜ਼ਿੰਦਗੀ ਖੁਸ਼ ਕਰਦੇ ਰਹੇ ਹੋ, ਉਹਨਾਂ ਦਾ ਇੰਨਾ ਫਰਜ਼ ਤਾਂ ਬਣਦਾ ਵੀ ਹੈ ਨਾ। ਕਿਉਂ ਠੀਕ ਨਹੀਂ? ਮਾਂ ਸਾਰੇ ਪੰਜਾਬੀਆਂ ਦੀ ਮਾਂ ਤੇ ਬਣ ਚੁੱਕੀ ਸੀ। ਉਹ ਮਾਂ ਜਿਸ ਨੂੰ ਇੱਕ ਵਾਰ ਕੋਈ ਮਿਲ ਲੈਂਦਾ ਤਾਂ ਕਦੇ ਨਹੀਂ ਸੀ ਭੁੱਲ ਸਕਦਾ। ਇਸ ਸ਼ੋਅ ਵਿੱਚ ਮੈਨੂੰ ETC ਚੈਨਲ ਵਾਲਿਆਂ ਨੇ ਬਹੁਤ ਮਦਦ ਕੀਤੀ ਸੀ। ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ, ਖਾਸ ਕਰਕੇ ਰਾਜੀ ਸ਼ਿੰਦੇ ਅਤੇ ਰਵਿੰਦਰਨ ਜੀ ਦਾ, ਜਿਨ੍ਹਾਂ ਨੇ ਮੇਰੀਆਂ ਫੀਲਿੰਗਸ ਨੂੰ ਸਮਝਿਆ। ਪੰਮੀ ਬਾਈ ਨੇ ਵੀ ਆਪਣੀ ਟੀਮ ਨਾਲ ਬੜੀ ਸੋਹਣੀ ਪੇਸ਼ਕਾਰੀ ਕੀਤੀ। ਉਹਦੇ ਨਾਲ ਬਸ ਇੱਕ ਗਿਲਾ ਹੈ ਕਿ ਉਹ ਪੈਂਟ ਸ਼ਰਟ ਵਿੱਚ ਆਇਆ ਸੀ। ਉਸਨੂੰ ਹਮੇਸ਼ਾ ਲਾਚੇ ਕੁੜਤੇ ਅਤੇ ਤੁਰਲੇ ਵਾਲੀ ਪੱਗ ਵਿੱਚ ਵੇਖ ਕੇ ਜੋ ਖੁਸ਼ੀ ਅਤੇ ਆਨੰਦ ਮਿਲਦਾ ਹੈ, ਉਹ ਅਸਾਂ ਮਿਸ ਕੀਤਾ। ਸੁਰਿੰਦਰ ਬੱਚਨ ਦੀ ਪਤਨੀ ਸ਼ਿਵਾਨੀ ਬੱਚਨ ਨੇ ਮਾਂ ਉੱਤੇ ਇੱਕ ਅੰਗਰੇਜ਼ੀ ਗੀਤ ਆਪ ਲਿਖ ਕੇ ਕੰਪੋਜ਼ ਕੀਤਾ ਸੀ ਤੇ DAV ਸਕੂਲ ਦੇ ਬੱਚਿਆਂ ਨਾਲ ਸਾਡੇ ਸਾਰੇ ਪਰਿਵਾਰ ਦੇ ਨਾਲ ਰਲ ਕੇ ਗਾਇਆ। ਹੈਪੀ ਬਰਥਡੇ ਟੂ ਯੂ। ਹਰ ਕਿਸੇ ਨੇ ਪੂਰੀ ਮਿਹਨਤ ਕਰਕੇ ਇਸ ਸ਼ੋਅ ਨੂੰ ਕਾਮਯਾਬ ਬਣਾਇਆ ਸੀ। 15,000 ਪੰਜਾਬੀਆਂ ਨੇ ਇਸ ਸ਼ੋਅ ਦਾ ਕਲਾਗ੍ਰਾਮ ਵਿਖੇ ਨਜ਼ਾਰਾ ਮਾਣਿਆ। HMV ਦੀ ਕੰਪਨੀ ਨੇ ਮਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਇੱਕ ਐਲਬਮ ਸੋਲਿਡ ਗੋਲਡ ਰਿਲੀਜ਼ ਕੀਤਾ। ਮਿਊਜ਼ਿਕ ਇੰਡੀਆ ਨੇ ਐਲਬਮ ਗੋਲਡ ਕੋਇਨ ਰਿਲੀਜ਼ ਕੀਤਾ। NGCC ਵੱਲੋਂ ਗਵਰਨਰ BKN ਛਿੱਬਰ ਨੇ ਲਾਈਫ ਟਾਈਮ ਅਵਾਰਡ ਵਿੱਚ ਇੱਕ ਚਾਂਦੀ ਦੀ ਪਲੇਟ ਤੋਹਫਾ ਭੇਂਟ ਕੀਤੀ। ਗੋਵਿੰਦਰ ਸੋਲ ਨੇ ਮਾਂ ਦੀ ਲਾਈਫ ਸਾਈਜ਼ ਪੇਂਟਿੰਗ ਬਣਾ ਕੇ ਪੇਸ਼ ਕੀਤੀ ਜੋ ਮੂੰਹੋਂ ਬੋਲਦੀ ਸੀ। ਪ੍ਰਿੰਸੀਪਲ ਮਧੂ ਬਹਿਲ ਨੇ ਮਾਂ ਨੂੰ ਇੱਕ ਸ਼ਾਲ ਅਤੇ ਇੱਕ ਸੋਵੀਨਾਰ ਭੇਂਟ ਕੀਤਾ, ਜਿਸ ਵਿੱਚ ਇਸ ਸ਼ੋਅ ਦਾ ਸਾਰਾ ਵੇਰਵਾ ਸੀ। ਮੇਰੇ ਪਰਿਵਾਰ ਵੱਲੋਂ ਮਾਂ ਨੂੰ 75 ਫੁੱਲਾਂ ਦਾ ਗੁਲਦਸਤਾ ਅਸੀਂ ਸਾਰਿਆਂ ਨੇ ਰਲ ਕੇ ਭੇਂਟ ਕੀਤਾ। ਮਾਂ ਨਾਲ ਸਮਾਂ ਗੁਜ਼ਾਰਨ ਦਾ ਇਹ ਮੌਕਾ ਮੈਂ ਇੱਕ ਪਲ ਵੀ ਨਹੀਂ ਸਾਂ ਗੁੰਜਾਉਣਾ ਚਾਹੁੰਦੀ। ਮੈਨੂੰ ਮਸਾਂ ਹੀ ਇਹ ਮੌਕਾ ਮਿਲਿਆ ਸੀ। ਮੈਂ ਸਵੇਰੇ ਉਸ ਨਾਲ ਰਲ ਕੇ ਯੋਗ
ਅਭਿਆਸ ਕਰਦੀ। ਫਿਰ ਘਰ ਪਰਤ ਕੇ ਨਹਾ ਧੋ ਕੇ ਉਸ ਨਾਲ ਰਿਆਜ਼ ਕਰਨ ਲਈ ਉਸ ਨੂੰ ਉਤਸ਼ਾਹਿਤ ਕਰਦੀ। ਰਿਆਜ਼ ਕਰਦਿਆਂ ਕਈ ਗੱਲਾਂ ਗੁਰੂ ਕੁੰਦਨ ਲਾਲ ਹੋਰਾਂ ਦੀਆਂ ਯਾਦ ਆ ਜਾਂਦੀਆਂ, ਖਾਸ ਕਰਕੇ ਉਹਨਾਂ ਦੀਆਂ ਸਿਖਲਾਈਆਂ ਮੁਲਤਾਨੀ ਕਾਫੀਆ। ਮਾਂ ਤਾਂ ਕਈ ਵਾਰੀ ਗਾਉਂਦਿਆਂ ਗਾਉਂਦਿਆਂ ਰੋ ਪੈਂਦੀ ਅਤੇ ਕਹਿਣ ਲੱਗ ਜਾਂਦੀ, ਡੋਲ ਹੁਣ ਮੈਥੋਂ ਨਹੀਂ ਗਾਇਆ ਜਾਂਦਾ, ਤੂੰ ਯੂੰ ਗਾ। ਮਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਮੈਂ ਜਾਣ ਬੁੱਝ ਕੇ ਪੁਰਾਣੀਆਂ ਬੰਦਿਸ਼ਾਂ ਉਸ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੀ ਅਤੇ ਉਸ ਨੂੰ ਨਾਲ ਜੋੜਨ ਦਾ ਭਰਪੂਰ ਯਤਨ ਕਰਦੀ। ਕਈ ਵਾਰ ਬੜੇ ਜੋਸ਼ ਵਿੱਚ ਆ ਜਾਂਦੀ ਅਤੇ ਗਾਉਣ ਵੀ ਲੱਗ ਪੈਂਦੀ। ਫਿਰ ਹੌਲੀ ਜਿਹੀ ਕਹਿ ਦਿੰਦੀ, ਹੁਣ ਮੈਂ ਥੱਕ ਜਾਂਦੀ ਹਾਂ, ਗਲਾ ਵੀ ਕੁਝ ਭੈੜਾ ਤੇ ਸਖਤ ਜਿਹਾ ਹੋ ਗਿਆ, ਬੜਾ ਜ਼ੋਰ ਲਾਉਣਾ ਪੈਂਦਾ। ਮੈਂ ਦਿਨ ਵਿੱਚ ਕਈ ਵਾਰੀ ਆਪਣੇ ਰੁਝੇਵਿਆਂ ਲਈ ਆਪਣੇ ਘਰ ਮੁੜ ਆਉਂਦੀ, ਪਰ ਮੇਰਾ ਮਨ ਹਰ ਵੇਲੇ ਇਸੇ ਫਿਕਰ ਵਿੱਚ ਹੁੰਦਾ ਕਿ ਹੁਣ ਉਹ ਕੀ ਕਰ ਰਹੀ ਹੋਵੇਗੀ। ਟੈਲੀਫੋਨ ਰਾਹੀਂ ਮੈਂ ਪਲ ਪਲ ਦਾ ਹਿਸਾਬ ਰੱਖਦੀ। ਇੱਕ ਦਿਨ ਮੈਂ ਘਰ ਗਈ ਅਤੇ ਉਹ ਆਪਣੇ ਪਲੰਗ ਤੇ ਲੇਟ ਕੇ ਟੀਵੀ ਦਾ ਕੋਈ ਸੀਰੀਅਲ ਵੇਖ ਰਹੀ ਸੀ। ਉਹ ਕਹਾਣੀ ਵਿੱਚ ਇਤਨੀ ਡੁੱਬੀ ਹੋਈ ਸੀ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਹੀ ਨਹੀਂ ਲੱਗਿਆ। ਮੈਨੂੰ ਵੇਖ ਕੇ ਝੱਟ ਉਬਲਵਾ ਕੇ ਉੱਠ ਗਈ। ਤੂੰ ਕਦੋਂ ਆਈ ਹੈ? ਮੈਂ ਉਸ ਨੂੰ ਉੱਠਣ ਲੱਗਿਆ ਨਹੀਂ ਦਿੱਤਾ ਤੇ ਜਾ ਕੇ ਜੱਫੀ ਪਾ ਲਈ ਤੇ ਉਸ ਤੋਂ ਪਿਆਰ ਲਿੱਤਾ। ਮੈਂ ਕਿਹਾ, ਮਾਂ ਟੀਵੀ ਵੇਖਦੇ ਰਹੋ, ਅੱਛਾ ਸੀਰੀਅਲ ਹੈ। ਮੈਂ ਵੀ ਉਸਦੇ ਪੈਰਾਂ ਵੱਲ ਕੁਰਸੀ ਢਾ ਕੇ ਟੀਵੀ ਵੇਖਦੇ ਵੇਖਦੇ ਉਸਦੇ ਪੈਰ ਕੁੱਟਣੇ ਸ਼ੁਰੂ ਕਰ ਦਿੱਤੇ। ਉਹ ਆਪਣੇ ਪੈਰਾਂ ਨੂੰ ਛੁਡਾ ਕੇ ਮੈਨੂੰ ਗੁੱਸਾ ਕਰਨ ਲੱਗ ਪਿਆ। ਛੱਡ ਪੈਰਾਂ ਨੂੰ, ਇੱਥੇ ਮੇਰੇ ਨਾਲ ਆ ਕੇ ਪਲੰਗ ਤੇ ਬਹਿ। ਮੈਨੂੰ ਲੱਗਿਆ ਸੀ ਕਿ ਮਾਂ ਦੇ ਪੈਰ ਬਹੁਤ ਸੁੱਜੇ ਹੋਏ ਨੇ। ਮੈਂ ਹੌਲੀ ਜਿਹੀ ਪੁੱਛਿਆ, ਬਹੁਤ ਸੈਰ ਕਰਦੇ ਰਹੇ ਹੋ, ਪੈਰ ਸੁੱਜੇ ਜਿਹੇ ਲੱਗਦੇ ਨੇ। ਉਹ ਹੱਸ ਕੇ ਕਹਿਣ ਲੱਗੀ, ਇਹ ਕੋਈ ਨਵੀਂ ਗੱਲ ਨਹੀਂ, ਇਹ ਤਾਂ ਰੱਬ ਵੱਲੋਂ ਹੀ ਸੁੱਜੇ ਹੋਏ ਨੇ, ਇਹਨਾਂ ਦੀ ਬਣਤਰ ਹੀ ਇਹੋ ਜਿਹੀ ਹੈ। ਹਾਂ, ਸੈਰ ਤਾਂ ਜ਼ਰੂਰ ਕਰਨੀ ਆ। ਅਸਲ ਵਿੱਚ ਹਰ ਸਮੇਂ ਸਫ਼ਰ ਵਿੱਚ ਪੈਰ ਲਟਕਾ ਕੇ ਹੀ ਬੈਠੇ ਰਹਿਣ ਨਾਲ ਪੈਰਾਂ ਦੀ ਸ਼ੇਪ ਹੀ ਇਸ ਤਰ੍ਹਾਂ ਦੀ ਹੋ ਗਈ ਹੈ। ਮੈਨੂੰ ਯਾਦ ਆਉਂਦਾ ਹੈ ਕਿ ਸਫ਼ਰ ਤੋਂ ਪਰਤ ਕੇ ਉਹ ਕਿੰਨੀ ਦੇਰ ਘਰ ਦੇ ਬਾਗ ਵਿੱਚ ਸੈਰ ਕਰਦੀ ਹੁੰਦੀ ਸੀ ਅਤੇ ਨਾਲ ਪਾਠ ਕਰਦੀ ਹੁੰਦੀ ਸੀ। ਕਦੀ 108 ਜਾਪ ਪੈਰੀ ਦੇ ਨਾਂ, ਜਾਂ ਕਦੀ 108 ਜਾਪ ਬੱਚਿਆਂ ਦੀਆਂ ਸੁੱਖਾਂ ਲਈ ਜਾਂ ਸਾਰੇ ਪਰਿਵਾਰ ਦੀ ਸੁੱਖ ਸਾਂਦ ਲਈ। ਉਹ ਵੱਖਰੇ ਵੱਖਰੇ ਸ਼ਲੋਕ ਇਸੇ ਤਰ੍ਹਾਂ ਗੁਰਬਾਣੀ ਵਿੱਚੋਂ ਲੱਭ ਕੇ ਜਾਪ ਕਰਦੀ ਹੁੰਦੀ ਸੀ। ਉਸ ਦੀ ਅਣਥੱਕ ਲਗਨ ਨੂੰ ਵੇਖ ਕੇ ਕਈ ਵਾਰੀ ਆਪਣੇ ਆਪ ਉੱਤੇ ਸ਼ਰਮ ਆ ਜਾਂਦੀ ਸੀ। ਕੋਈ ਵੀ ਕੰਮ ਜੋ ਉਹ ਦਿਲੋਂ ਸੋਚ ਲੈਂਦੀ ਸੀ, ਉਹ ਕਰਕੇ ਹੀ ਉਸ ਨੂੰ ਸ਼ਾਂਤੀ ਮਿਲਦੀ ਸੀ। ਜਿੰਨਾ ਮੈਂ ਉਸ ਨੂੰ ਇਹਨਾਂ 3 ਸਾਲਾਂ ਵਿੱਚ ਸਮਝਿਆ, ਉਹ ਮੈਂ ਸਾਰੀ ਉਮਰ ਨਹੀਂ ਸਮਝਿਆ ਸੀ। ਇੱਕ ਵਾਰੀ ਮੈਂ ਉਸ ਨੂੰ ਗੁੱਸੇ ਨਾਲ ਕਹਿ ਦਿੱਤਾ, ਤੁਸੀਂ ਹਰ ਵੇਲੇ ਨੰਦੀ ਦੇ ਧਿਆਨ ਵਿੱਚ ਰਹਿੰਦੇ ਹੋ, ਤੁਹਾਨੂੰ ਹੋਰ ਕਿਸੇ ਦੀ ਕੋਈ ਫਿਕਰ ਨਹੀਂ। ਮੈਂ ਤਾਂ ਸਿਰਫ ਦਾਰਜੀ ਦੀ ਹੀ ਧੀ ਹਾਂ ਤੇ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਮੇਰਾ ਤਾਂ ਇਸ ਭਰੀ ਦੁਨੀਆ ਵਿੱਚ ਕੋਈ ਵੀ ਨਹੀਂ ਰਿਹਾ। ਮੈਨੂੰ ਗੱਲ ਨਾਲ ਲਾ ਕੇ ਬਹੁਤ ਰੋਈ ਤੇ ਕਿਹਾ, ਮੇਰੀਏ ਬੱਚੇ, ਇਹ ਗੱਲ ਮੁੜ ਕੇ ਕਦੀ ਨਾ ਕਹੀ ਜਦੋਂ ਤੱਕ ਮੈਂ ਜ਼ਿੰਦਾ ਹਾਂ। ਅਸੀਂ ਛੋਟੇ ਹੁੰਦਿਆਂ ਤੋਂ ਦਾਰਜੀ ਨੂੰ ਰੱਖੜੀ ਬੰਨ੍ਹਦੇ ਸੀ। ਭਰਾ ਦੀ ਘਾਟ ਨਾ ਮਹਿਸੂਸ ਕਰੀਏ, ਸ਼ਾਇਦ ਇਸ ਕਰਕੇ ਦਾਰਜੀ ਰੱਖੜੀ ਬੰਨਵਾਉਂਦੇ ਸਨ। ਮੇਰੇ ਇਸ ਗੁੱਸੇ ਦੇ ਬਾਅਦ ਮਾਂ ਸਾਰੀ ਉਮਰ ਅਸੀਂ 3 ਭੈਣਾਂ ਕੋਲੋਂ ਰੱਖੜੀ ਬੰਨਵਾਉਂਦੀ ਰਹੀ। ਇੱਕ ਪਿਆਰ ਦੀ ਮੂਰਤ ਸੀ ਸਾਡੀ ਮਾਂ, ਜੋ ਹੁਣ ਸਾਡਾ ਬਾਪ ਵੀ ਬਣ ਗਈ ਸੀ। ਬੱਚਿਆਂ ਖਾਤਰ ਉਹ ਸਾਰੀ ਦੁਨੀਆ ਨੂੰ ਛੱਡ ਸਕਦੀ ਸੀ। ਉਸ ਦਾ ਪਿਆਰ ਅਨਮੋਲ ਰਤਨ ਵਾਂਗ ਸਾਡੇ ਦੁਆਲੇ ਲਿਸ਼ਕਦਾ ਰਹਿੰਦਾ ਸੀ। ਜਿਸ ਦੇ ਨਾਲ ਵੀ ਉਹ ਪਿਆਰ ਪਾ ਲੈਂਦੀ, ਉਸ ਦੀਆਂ ਸੁੱਖਾਂ ਮੰਨਦੀ, ਉਸ ਵਾਸਤੇ ਤਨ ਮਨ ਧਨ ਨਿਛਾਵਰ ਕਰ ਦਿੰਦੀ। ਕਈ ਵਾਰੀ ਪਾਸ਼ੋ ਮਾਸੀ ਦੀਆਂ ਬੇਟੀਆਂ ਮਾਂ ਨੂੰ ਫੋਨ ਕਰਕੇ ਕਹਿੰਦੀਆਂ, ਸੁਰਿੰਦਰ ਤੁਸੀਂ ਸਾਡੇ ਲਈ ਵੀ ਅਰਦਾਸ ਕਰੋ। ਕੋਈ ਬਿਮਾਰ ਹੋਵੇ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਸਾਰੇ ਮਾਂ ਨੂੰ ਹੀ ਅਰਦਾਸ ਕਰਨ ਨੂੰ ਕਹਿੰਦੇ। ਸਭ ਨੂੰ ਇੰਜ ਲੱਗਦਾ ਸੀ ਉਸ ਦੀ ਅਰਦਾਸ ਇਤਨੀ ਸੱਚੀ ਸੁੱਚੀ ਹੁੰਦੀ ਹੈ ਤੇ ਰੱਬ ਉਸ ਦੀ ਜ਼ਰੂਰ ਸੁਣਦਾ ਹੈ। ਮੈਨੂੰ ਯਾਦ ਆਉਂਦਾ ਹੈ, ਦਾਰਜੀ ਇੱਕ ਵਾਰੀ ਆਪਣੇ ਕਿਸੇ ਵਿਦਿਆਰਥੀ ਨੂੰ ਪੜ੍ਹਾਉਂਦੇ ਹੋਏ ਕਹਿ ਰਹੇ ਸਨ, ਜਿਸ ਮਨੁੱਖ ਨੂੰ ਰੱਬ ਨੇ ਗਾਉਣ ਦੀ ਦਾਤ ਬਖਸ਼ੀ ਹੁੰਦੀ ਹੈ, ਉਹਦੇ ਅੰਦਰ ਇੱਕ ਕਰਿਸ਼ਮਾ ਹੁੰਦਾ ਹੈ, ਕਿਉਂਕਿ ਉਹ ਇਕੱਲਿਆਂ ਹੀ ਹਜ਼ਾਰਾਂ ਮਨੁੱਖਾਂ ਨੂੰ ਸੰਬੋਧਨ ਕਰਕੇ ਆਪਣੀ ਗੱਲ ਨੂੰ ਸਮਝਾ ਸਕਦਾ ਹੈ। ਗੁਰੂ ਸਾਹਿਬਾਂ ਨੇ ਵੀ ਇਸੇ ਤਰ੍ਹਾਂ ਬਾਣੀ ਨੂੰ ਗਾ ਕੇ ਲੋਕਾਂ ਤੱਕ ਪਹੁੰਚਾਉਣ ਦਾ ਨੁਸਖਾ ਸਾਨੂੰ ਸਿਖਾਇਆ ਹੈ ਤੇ ਬਾਣੀ ਸਾਰੀ ਰਾਗਾਂ ਵਿੱਚ ਲਿਖੀ ਹੈ। ਜੋ ਗਾ ਕੇ ਸਮਝਾਇਆ ਜਾਂਦਾ ਹੈ, ਉਹ ਮਨ ਦੇ ਅੰਦਰ ਤੱਕ ਅਸਰ ਕਰਦਾ ਹੈ। ਜੋ ਮਿੱਠਾ ਤੇ ਸੁਰ ਵਿੱਚ ਗਾ ਸਕਦੇ ਨੇ, ਉਹ ਰੱਬ ਦੇ ਬਹੁਤ ਕਰੀਬ ਹੁੰਦੇ ਨੇ, ਉਹ ਕਿਸਮਤ ਵਾਲੇ ਹੁੰਦੇ ਨੇ।
ਮੋਤੀ ਦਾਨ ਕਰਨ ਵਾਲਾ ਅਖਾਣ ਵੀ ਸ਼ਾਇਦ ਇਸੇ ਗੱਲ ਤੇ ਟੁਕਦਾ ਹੈ। ਸੱਚੇ ਸੁਰ ਲਾਉਣ ਵਾਲਿਆਂ ਦਾ ਮਨ ਵੀ ਸੱਚਾ ਤੇ ਸੁੱਚਾ ਹੁੰਦਾ ਹੈ। ਮੇਰੀ ਤਾਂ ਮਾਂ ਦਾ ਨਾਂ ਵੀ ਇਸ ਗੱਲ ਨੂੰ ਸਾਬਤ ਕਰਦਾ ਹੈ। ਸੁਰ ਪਲੱਸ ਇੰਦਰ ਯਾਨੀ ਸੁਰਿੰਦਰ। ਇਹਨਾਂ ਦਿਨਾਂ ਵਿੱਚ ਕਈ ਹੋਰ ਵੱਡੇ ਪੱਧਰ ਉੱਤੇ ਪੰਜਾਬੀਆਂ ਲਈ ਕੰਮ ਚੱਲ ਰਿਹਾ ਸੀ। ਹਰਿਆਣਾ ਦੇ ਚੀਫ ਮਿਨਿਸਟਰ ਸ੍ਰੀ ਓਮ ਪ੍ਰਕਾਸ਼ ਚੌਟਾਲਾ ਨੇ ਇੰਡੋ ਪਾਕ ਲੇਖਕਾਂ ਅਤੇ ਕਲਾਕਾਰਾਂ ਦੀ ਗੋਸ਼ਟੀ ਕਰਵਾਈ ਸੀ। ਉਸ ਵਿੱਚ ਸਾਨੂੰ ਮਾਵਾਂ ਧੀਆਂ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ। ਮਾਂ ਅਤੇ ਮੈਂ ਦੋਵੇਂ ਇਸ ਸਮਾਗਮ ਵਿੱਚ ਸ਼ਾਮਿਲ ਹੋਈਆਂ ਸੀ। ਜਲੰਧਰ ਦੂਰਦਰਸ਼ਨ ਨੇ ਮਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ। ਪੰਮੀ ਬਾਈ ਨੇ ਇੱਕ ਐਲਬਮ ਕੀਤਾ ਸੀ ਜਿਸ ਵਿੱਚ ਸਾਨੂੰ ਮਾਵਾਂ ਧੀਆਂ ਨੂੰ ਵੀਡੀਓ ਗੀਤ ਦੀ ਸ਼ੂਟਿੰਗ ਵਿੱਚ ਆਪਣੇ ਨਾਲ ਸ਼ਾਮਿਲ ਕੀਤਾ। ਗੀਤ ਵਿੱਚ ਖਾਸ ਤੌਰ ਉੱਤੇ ਮਾਂ ਦਾ ਜ਼ਿਕਰ ਆਉਂਦਾ ਹੈ। ਹਵੇਲੀ ਜਲੰਧਰ ਵਿਖੇ ਇਹ ਸ਼ੂਟਿੰਗ ਹੋਈ ਸੀ। ਇਹ ਗੱਲ 19 ਨਵੰਬਰ 2004 ਦੀ ਹੈ। ਮਾਂ ਉਸ ਦਿਨ ਕੁਝ ਢਿੱਲੀ ਜਿਹੀ ਲੱਗੀ, ਜਿਵੇਂ ਥੱਕੀ ਹੋਈ ਹੋਵੇ। ਇਹਨਾਂ ਦਿਨਾਂ ਵਿੱਚ ਉਹ ਬਹੁਤ ਮਸਰੂਫ ਹੋ ਗਈ ਸੀ, ਪਰ ਉਸਨੂੰ ਪੰਜਾਬ ਵਿੱਚ ਆ ਕੇ ਬੜਾ ਮਜ਼ਾ ਆ ਰਿਹਾ ਸੀ। ਦਿੱਲੀ ਰਹਿੰਦਿਆਂ ਉਹ ਬਹੁਤ ਇਕੱਲੀ ਹੋ ਗਈ ਸੀ। ਸ਼ਾਇਦ ਇਸੇ ਲਈ ਮੁੜ ਸ਼ਰਨਜੀਤ ਨੂੰ ਕਹਿੰਦੀ ਸੀ, ਤੂੰ ਤਾਂ ਬੱਚਿਆ ਇੱਥੇ ਲਿਆ ਕੇ ਮੇਰੀ ਕਾਇਆ ਹੀ ਪਲਟ ਕਰ ਦਿੱਤੀ ਹੈ। ਤੁਸੀਂ ਦੋਵਾਂ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਹੈ। ਰੱਬ ਤੁਹਾਨੂੰ ਇਸੇ ਤਰ੍ਹਾਂ ਸੁਖੀ ਤੇ ਖੁਸ਼ ਰੱਖੇ।